ਪਿਛਲੇ ਕਾਫੀ ਸਮੇਂ ਤੋਂ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਦੇ ਸਬੰਧ ਵਿੱਚ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ ਲਗਾਤਾਰ ਨੋਟਿਸ ਵੀ ਭੇਜੇ ਗਏ। ਪਰ ਇਹਨਾਂ ਨੋਟਿਸਾਂ ਨੂੰ ਅਣਗੌਲਿਆ ਕਰਨ ਤੋਂ ਬਾਅਦ ਆਖਿਰ ਹੁਣ ਪੰਜਾਬ ਸਰਕਾਰ ਨੇ ਆਪਣੇ ਤਿੰਨੋਂ ਅਧਿਕਾਰੀਆਂ ਰਾਹੀਂ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਸਾਹਮਣੇ ਆਪਣਾ ਪੱਖ ਰੱਖਿਆ। ਕਮਿਸ਼ਨ ਦੇ ਦਿੱਲੀ ਸਥਿਤ ਹੈੱਡਕੁਆਰਟਰ ਵਿੱਚ ਤਕਰੀਬਨ 3 ਘੰਟੇ ਚੱਲੀ ਇਸ ਸੁਣਵਾਈ 'ਚ ਸੰਬੰਧਿਤ ਅਧਿਕਾਰੀ ਕਮਿਸ਼ਨ ਵੱਲੋਂ ਮੰਗੀ ਗਈ ਜਾਣਕਾਰੀ ਅਤੇ ਪੁੱਛੇ ਗਏ ਸਵਾਲਾਂ ਦਾ ਜਵਾਬ ਨਹੀਂ ਦੇ ਪਾਏ, ਜਿਸ ਦੇ ਚਲਦਿਆਂ ਵਿਜੇ ਸਾਂਪਲਾ ਨੇ 29 ਜੂਨ ਤੱਕ ਦਾ ਸਮਾਂ ਦਿੰਦੇ ਹੋਏ ਪੰਜਾਬ ਦੇ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਵਿਅਕਤੀਗਤ ਤੌਰ ਤੇ ਹਾਜ਼ਰ ਹੋਣ ਦੇ ਆਦੇਸ਼ ਦਿੰਦਿਆਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਸੰਬੰਧੀ ਪੂਰੀ ਜਾਣਕਾਰੀ ਅਤੇ ਫਾਈਲਾਂ ਸਮੇਤ ਆਉਣ ਲਈ ਕਿਹਾ ਹੈ। ਇਸ ਮੌਕੇ ਵਿਜੇ ਸਾਂਪਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿੱਥੇ ਬੱਚਿਆਂ ਨੂੰ ਡਿਗਰੀਆਂ ਨਹੀਂ ਮਿਲ ਰਹੀਆਂ, ਉੱਥੇ ਹੀ ਵਿਦਿਆਰਥੀਆਂ ਨੂੰ ਰੋਲ ਨੰਬਰ ਦੇਣ ਤੋਂ ਵੀ ਇਨਕਾਰ ਕੀਤਾ ਜਾ ਰਿਹਾ ਹੈ। ਇਸ ਦੌਰਾਨ ਉਹਨਾਂ ਨੇ ਐਸੇ ਵਿਦਿਆਰਥੀਆਂ ਦੇ ਸਕਾਲਰਸ਼ਿਪ ਵਿੱਚ ਹੋਏ ਘੁਟਾਲੇ ਨੂੰ ਲੈ ਕੇ ਵੀ ਸੂਬਾ ਸਰਕਾਰ ਨੂੰ ਘੇਰਿਆ। 3-4 ਤਰ੍ਹਾਂ ਦੀਆਂ ਅਲੱਗ-ਅਲੱਗ ਜਿਹੜੀਆਂ ਸਮੱਸਿਆਵਾਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਨੂੰ ਲੈ ਕੇ ਕਾਲਜ ਔਰ ਵਿਦਿਆਰਥੀਆਂ ਨੂੰ ਜਿਹੜੀਆਂ ਸਾਹਮਣੇ ਆਈਆਂ, ਜਿਹਦੇ ਵਿੱਚ ਵਿਦਿਆਰਥੀਆਂ ਦੀਆਂ ਜਿੱਥੇ ਡਿਗਰੀਆਂ ਨਹੀਂ ਮਿਲਦੀਆਂ, ਉੱਥੇ ਕਈਆਂ ਵਿਦਿਆਰਥੀਆਂ ਨੂੰ ਰੋਲ ਨੰਬਰ ਦੇਣ ਤੋਂ ਇਨਕਾਰ ਕਰਤਾ। ਕਾਲਜਾਂ ਦੇ ਜਿਹੜੇ ਲੋਕਾਂ ਨੇ, ਜਿਹੜੇ ਉਹਨਾਂ ਦੇ ਮੈਨੇਜਮੈਂਟ ਨੇ, ਕਈਆਂ ਨੂੰ ਐਡਮਿਸ਼ਨ ਤੋਂ ਵੀ ਰੋਕਿਆ ਗਿਆ ਔਰ ਕਈ ਜਿਹੜੇ ਪਾਸ ਹੋ ਚੁੱਕੇ ਉਹਨਾਂ ਦੀਆਂ ਡਿਗਰੀਆਂ ਵੀ ਨਹੀਂ ਦਿੱਤੀਆਂ। ਔਰ ਇੱਥੇ ਹੁਣ ਲੇਟੈਸਟ ਜਿਹੜੀ ਖਬਰ ਤੁਸੀਂ ਵੀ ਜਾਣਦੇ ਹੋ ਕਿ ਆਈ ਸੀ ਪੂਰੇ ਅਖਬਾਰਾਂ 'ਚ ਕਿ 2 ਲੱਖ ਬੱਚਿਆਂ ਨੂੰ ਜਿਹੜਾ ਕਾਲਜ ਰੋਲ ਨੰਬਰ ਨਹੀਂ ਦੇਣਗੇ। ਔਰ ਨਾਲ ਇੱਕ ਜਿਹੜੀ ਪਹਿਲਾਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਨੂੰ ਲੈ ਕੇ ਘੁਟਾਲਾ ਵੀ ਹੋਇਆ, ਤੁਸੀਂ ਬਹੁਤ ਸਾਰਿਆਂ ਨੇ ਦੇਖਿਆ, ਜਿਹਦੇ ਵਿੱਚ ਕਈ ਜਗ੍ਹਾ 'ਤੇ ਚਰਚਾ ਵੀ ਆਈ ਹੈ ਕਿ ਕਲੀਨ ਚਿੱਟ ਦੇ ਦਿੱਤੀ ਗਈ। ਉਹਨਾਂ ਸਾਰੇ ਸਵਾਲਾਂ ਨੂੰ ਲੈ ਕੇ ਅਸੀਂ ਜਿਹੜੇ ਪੰਜਾਬ ਸਰਕਾਰ ਦੇ ਜਿਹੜੇ ਅਧਿਕਾਰੀਆਂ ਨੂੰ ਉੱਥੇ ਬੁਲਾਇਆ ਸੀ ਦਿੱਲੀ, ਜਿਹਦੇ 'ਚ ਉਹਨਾਂ ਨੇ ਇਹ ਵੀ ਜਿਹੜਾ ਆਪਣਾ ਵਚਨਬੱਧਤਾ ਦੁਹਰਾਈ ਹੈ ਕਿ ਅਸੀਂ ਕਿਸੇ ਵੀ ਬੱਚੇ ਦਾ ਸਰਟੀਫਿਕੇਟ ਨਹੀਂ ਰੁਕਣ ਦਿਆਂਗੇ, ਐਡਮਿਸ਼ਨ ਨਹੀਂ ਰੁਕਣ ਦਿਆਂਗੇ। ਇਹ ਪੰਜਾਬ ਸਰਕਾਰ ਦੀ ਜਿਹੜੀ ਜ਼ਿੰਮੇਵਾਰੀ ਹੈ, ਉਹਦੇ ਉੱਤੇ ਉਹਨਾਂ ਨੇ ਵਚਨਬੱਧਤਾ ਵੀ ਦੁਹਰਾਈ ਹੈ। ਪਰ ਜਿੱਥੇ ਵੱਡੀ ਗੱਲ ਸੀ ਕਿ ਸਕਾਲਰਸ਼ਿਪ ਦੀ ਸਮੱਸਿਆ ਇੱਥੇ ਤੱਕ ਆਈ ਕਿਉਂ, ਉਹ ਬਹੁਤ ਸਾਰੀਆਂ ਚੀਜ਼ਾਂ ਸੀ ਕਿ ਕਿਉਂਕਿ 17, 18 ਔਰ 18, 19 ਔਰ 19, 20 ਇਹਦੇ ਵਿੱਚ ਜਿਹੜੀ ਸਕੀਮ ਦੇ ਤਹਿਤ ਸਾਰੇ ਸੂਬਿਆਂ ਦੇ ਜਿਹੜੀ ਲਾਇਬਿਲਿਟੀ ਤੋਂ ਉੱਪਰਲਾ ਪੈਸਾ ਕੇਂਦਰ ਨੇ ਦੇਣਾ ਸੀ, ਪਰ ਉਹਨਾਂ ਦੀ ਡਿਮਾਂਡ ਜਿਹੜੀ ਸੀਗੀ ਉਸ ਲਾਇਬਿਲਿਟੀ ਤੋਂ ਘੱਟ ਸੀਗੀ। ਭਾਵ 788 ਕਰੋੜ ਰੁਪਏ ਤੱਕ ਜਿਹੜੀ ਸਕੀਮ ਦੇ ਤਹਿਤ ਹੀ ਉਹ ਸੂਬਾ ਸਰਕਾਰਾਂ ਨੇ ਦੇਣਾ ਸੀ। ਉਦੋਂ ਉੱਪਰਲੇ ਪੈਸੇ ਜਿਹੜੇ ਸੀ ਉਹ ਕੇਂਦਰ ਸਰਕਾਰ ਨੇ ਦੇਣੇ ਸੀ। ਔਰ ਅੱਜ ਕਿਉਂਕਿ ਇਹਨਾਂ ਦੀ ਜਿਹੜੀ ਲਿਖਤੀ ਰੂਪ 'ਚ ਇਹਨਾਂ ਦੀ ਡਿਮਾਂਡ ਜਿਹੜੀ ਆਈ ਹੈ ਮੇਰੇ ਕੋਲ ਕੇਂਦਰ ਸਰਕਾਰ ਦੀ, ਕਿਉਂਕਿ ਅਧਿਕਾਰੀ ਜਿਹੜੇ ਇਕੱਲੇ ਪੰਜਾਬ ਸਰਕਾਰ ਦੇ ਨਹੀਂ ਬੁਲਾਏ, ਕੇਂਦਰ ਸਰਕਾਰ ਦੇ ਉਹ ਵੀ ਮੰਤਰਾਲੇ ਦੇ ਵੀ ਅਧਿਕਾਰੀ ਉਸ ਮੈਟਰ ਵਿੱਚ ਹੀ ਬੁਲਾਏ ਸੀ ਕਿ ਉਹ ਵੀ ਆਪਣਾ ਪੱਖ ਰੱਖਣ। ਉਹਨਾਂ ਨੇ ਕਿਹਾ ਸੀ ਕਿ ਅਸੀਂ ਕੇਂਦਰ ਨੇ ਜਿੰਨਾ ਵੀ ਅੱਜ ਤੱਕ ਦਾ ਪੈਸਾ ਦੇਣਾ ਸੀ ਸਾਰਾ ਅਸੀਂ ਦੇ ਚੁੱਕੇ ਹਾਂ। ਇਹ ਉਹ ਪੰਜਾਬ ਦੇ ਅਧਿਕਾਰੀਆਂ ਅੱਗੇ ਕਲੀਅਰ ਹੋ ਚੁੱਕਾ ਹੈ ਕਿ ਵੀ ਪੈਸਾ ਜਿਹੜਾ ਵੀ ਸਾਰਾ ਕੇਂਦਰ ਵੱਲੋਂ ਆਉਣਾ ਸੀ ਉਹ ਆ ਚੁੱਕਾ ਹੈ। ਔਰ 17, 18, 18, 19, 19, 20 ਦਾ ਪੈਸਾ ਜਿਹੜਾ ਉਹ ਸੂਬਾ ਸਰਕਾਰ ਨੇ ਦੇਣਾ ਆ। ਔਰ ਜਿਹੜਾ 20, 21 ਦਾ ਸੀ ਪੈਸਾ ਉਹ ਕੇਂਦਰ ਨੇ 60% ਔਰ 40% ਜਿਹੜਾ ਸੀ ਉਹ ਸੂਬੇ ਨੇ ਦੇਣਾ ਸੀ। ਔਰ ਉਹ ਵੀ ਕੇਂਦਰ ਸਰਕਾਰ ਨੇ ਵੀ ਆਪਣਾ ਹਿੱਸਾ ਦੇ ਦਿੱਤਾ ਔਰ ਸੂਬਾ ਸਰਕਾਰਾਂ ਨੇ ਵੀ ਦੇ ਦਿੱਤਾ। ਪਰ ਜਿਹੜਾ ਡਿਸਪਿਊਟ ਸੀ ਉਹਦੇ 'ਚ ਅਸੀਂ ਕਲੀਅਰ ਕਰ ਦਿੱਤਾ, ਉੱਥੇ ਅਧਿਕਾਰੀਆਂ ਨੇ ਵੀ ਕਲੀਅਰ ਕਰਤਾ ਕਿ ਪੈਸਾ ਹੁਣ ਜਿਹੜਾ ਆ ਉਹ ਸੂਬਾ ਸਰਕਾਰ ਨੇ ਦੇਣਾ ਹੈ। ਇੱਥੇ ਵੀ ਜਿਹੜਾ ਉਹਨਾਂ ਨੇ ਫੈਸਲਾ ਵੀ ਕੀਤਾ ਹੈ ਕਿ 40% ਜਿਹੜੇ ਸੂਬਾ ਸਰਕਾਰ ਦੇਗੀ 3 ਸਾਲਾਂ ਦਾ, ਤੇ ਬਾਕੀ ਕੇਂਦਰ ਤੋਂ ਮੰਗੇ ਜਾਣਗੇ। ਉਹਦੇ 'ਚ ਵੀ ਕਲੀਅਰ ਇੱਥੇ ਗੱਲ ਹੋ ਗਈ ਹੈ ਕਿ ਉਹ ਸਾਰਾ ਪੈਸਾ ਕੇਂਦਰ ਨੇ ਕੁਛ ਨਹੀਂ ਦੇਣਾ ਹੈ। ਉਹ ਸਾਰਾ ਸ਼ੇਅਰ ਜਿਹੜਾ ਹੈ ਉਹ ਜਿਹੜਾ ਕੇਂਦਰ ਨੇ ਜਿੰਨਾ ਦੇਣਾ ਸੀ ਦੇ ਦਿੱਤਾ ਹੈ ਔਰ ਸਾਰਾ ਸ਼ੇਅਰ ਉਹ ਸੂਬਾ ਸਰਕਾਰ। ਸਾਰੇ ਕਿੰਨੇ ਟਾਈਮ ਦੇ ਵਿੱਚ ਰਿਜ਼ਲਟ ਦੋਗੇ? ਦੂਸਰਾ ਜਿਹੜੀ ਉਹਦੇ 'ਚ ਕੁਝ ਜਾਣਕਾਰੀਆਂ ਜਿਹੜੀਆਂ ਸੀ ਅਸੀਂ ਮੰਗੀਆਂ ਸੀਗੀਆਂ ਕਿ ਕਿੰਨੇ ਕਾਲਜ ਦੇ ਬੱਚੇ ਡ੍ਰੌਪ ਹੋਏ। ਅਗਰ ਉਹ ਇੰਨਾ ਅੱਜ ਦੀ ਡੇਟ 'ਚ 382 ਕਰੋੜ ਰੁਪਏ ਦਾ ਬਜਟ ਹੈ, ਪਹਿਲਾਂ ਡਿਮਾਂਡ 780 ਦੀ 82 ਮੰਨ ਲਓ 88 ਕਰੋੜ ਦੀ ਸੀ, ਔਰ ਇੰਨੇ ਬੱਚੇ ਕਿਉਂ ਗਏ ਔਰ ਇੱਥੇ ਤੱਕ ਡਿਸਪਿਊਟ ਕਿਉਂ ਆਇਆ, ਇਹ ਸਾਰੀਆਂ ਚੀਜ਼ਾਂ ਦੇ ਜਵਾਬ ਉਹਨਾਂ ਕੋਲ ਮੰਗੇ ਗਏ ਸੀ। ਔਰ ਜਿਹੜਾ ਉਹਨਾਂ ਨੇ ਕਿਹਾ ਕਿ ਅਗਲੀ ਮੀਟਿੰਗ ਦੇ ਵਿੱਚ ਅਸੀਂ ਜਿਹੜੇ ਆ ਉਹ 29 ਤਰੀਕ ਨੂੰ ਮੀਟਿੰਗ ਰੱਖੀ ਆ, ਉਹ 'ਚ ਦੇਣਗੇ। ਔਰ ਦੂਸਰਾ ਜਿਹੜਾ ਘੁਟਾਲੇ ਦਾ ਵੀ ਸੀ ਉਹ ਵੀ ਅਸੀਂ ਜਾਣਕਾਰੀ ਮੰਗੀ ਹੈ ਕਿ ਜਿਹੜੀ ਕੇਂਦਰ ਦੀ ਟੀਮ ਨੂੰ ਸੀ ਤੁਸੀਂ ਜਵਾਬ ਦਿੱਤਾ ਸੀ, ਕੀ ਦਿੱਤੇ ਸੀ। ਔਰ ਜਿਹੜੀ ਕਿਰਪਾ ਸ਼ੰਕਰ ਸਰੋਜ ਜੀ ਦੀ ਜਿਹੜੀ ਪਹਿਲੀ ਰਿਪੋਰਟ ਆਈ ਸੀਗੀ ਉਸ ਦੇ ਮੁਤਾਬਕ ਕੀ ਤੱਥ ਨੇ
ਔਰ ਜਿਹੜੀ ਬਾਅਦ ਦੇ ਵਿੱਚ ਤੁਸੀਂ 3 ਅਫੀਸਰਾਂ ਦੀ ਕਮੇਟੀ ਬਣਾਈ ਹੈ ਉਹਦੇ ਕੀ ਤੱਥ ਨੇ, ਔਰ ਜਿਹਦੇ 'ਚ ਵੀ ਆਇਆ ਸੀ ਕਿ ਕਲੀਨ ਚਿੱਟ ਦਿੱਤੀ ਜਾ ਚੁੱਕੀ ਆ, ਔਰ ਇਹ ਵੀ ਕਲੀਅਰ ਹੋਇਆ ਕਿ ਵੀ ਹਾਲੇ ਤੱਕ ਉਹਨਾਂ ਦੀ ਕਲੀਨ ਚਿੱਟ ਜਿਹੜੀ ਆ ਉਹ ਕਿਉਂਕਿ ਰਿਪੋਰਟ ਕੰਪਲੀਟ ਨਹੀਂ ਜੋ ਅਧਿਕਾਰੀਆਂ ਨੇ ਮੈਨੂੰ ਦੱਸਿਆ, ਔਰ ਕਿਉਂਕਿ ਉਹ ਰਿਪੋਰਟ ਜਿਹੜੀ ਆ ਉਹ ਪਾਰਲੀਮੈਂਟ ਜਿਹੜੀ ਉਹਨਾਂ ਦੇ ਹਾਊਸ ਜਾਣੀ ਹੁੰਦੀ, ਕੈਬਨਿਟ ਜਾਣੀ, ਉਸ ਤੋਂ ਬਾਅਦ ਹੀ ਇਹ ਦੱਸ ਸਕਦੇ ਕਿ ਰਿਪੋਰਟ ਕੀ ਹੈ। ਤੇ ਅਸੀਂ ਇਹ ਵੀ ਸਵਾਲ ਕੀਤਾ ਆ ਕਿ ਜੇ ਹਾਲੇ ਤੱਕ ਰਿਪੋਰਟ ਹੀ ਕੰਪਲੀਟ ਨਹੀਂ ਤੇ ਫਿਰ ਕਲੀਨ ਚਿੱਟ ਦਾ ਸ਼ਬਦ ਕਿੱਥੋਂ ਆ ਗਿਆ, ਜਦ ਕਿ ਸੈਪਟੰਬਰ ਦੇ ਵਿੱਚ ਘੁਟਾਲਾ ਉਜਾਗਰ ਹੋਇਆ ਸੀ ਔਰ 2 ਅਕਤੂਬਰ ਨੂੰ ਜਿਹੜੀ ਉਹਦੇ ਕਹਿ ਦਿੱਤਾ ਗਿਆ ਕਲੀਨ ਚਿੱਟ ਵੀ ਦਿੱਤੇ, ਔਰ ਉਹ ਕਲੀਨ ਚਿੱਟ ਦੇਣ ਦਾ ਆਧਾਰ ਕੀ ਸੀ। ਇਹ ਸਾਰੇ ਜਿਹੜੇ ਸਵਾਲਾਂ ਦੇ ਜਵਾਬ ਜਿਹੜੇ ਸੀ ਉਹ ਉਸ ਵੇਲੇ ਨਹੀਂ ਸੀ। ਕਿੰਨੇ ਸਮੇਂ ਦੇ ਵਿੱਚ ਉਹਦੇ ਲਈ ਅਸੀਂ ਜਿਹੜੀ 29 ਤਰੀਕ ਨੂੰ ਦੁਬਾਰਾ ਅਸੀਂ ਉੱਥੇ ਰੱਖਿਆ ਹੈ, ਉਹਨਾਂ ਨੂੰ ਬੁਲਾਇਆ ਅਧਿਕਾਰੀਆਂ ਨੂੰ, ਉਹ ਆਣ ਕੇ ਆਪਣਾ ਪੱਖ ਰੱਖਣ। ਸਰ ਜਿੱਦਾਂ ਤੁਸੀਂ ਕਹਿ ਰਹੇ ਕਿ ਸੈਂਟਰ ਸਰਕਾਰ ਸਾਰਾ ਪੈਸਾ ਦੇ ਚੁੱਕੀ ਆ, ਪਰ ਪੰਜਾਬ ਸਰਕਾਰ ਦੇ ਹੱਲੇ ਵੀ ਬਿਆਨ ਆਉਂਦੇ ਆ ਵੀ ਅਸੀਂ ਆਪਣਾ 40% ਸ਼ੇਅਰ ਦੇ ਦਿੱਤਾ। ਮੈਂ ਜਿਹੜੀ ਗੱਲ ਕਹਿ ਰਿਹਾ ਮੈਂ ਗੱਲ ਕਰ ਰਿਹਾ ਜੀ। ਬਾਕੀਆਂ ਦਾ ਤਾਂ ਕੋਈ ਰਾਜਨੀਤਿਕ ਬਿਆਨ ਹੋ ਸਕਦਾ ਜੀ ਜੀ ਕਮਿਸ਼ਨ ਅੱਗੇ ਦੋਨਾਂ ਹੀ ਗਵਰਨਮੈਂਟ, ਸੈਂਟਰ ਗਵਰਨਮੈਂਟ ਦੇ ਅਧਿਕਾਰੀ ਵੀ ਬੈਠੇ ਸੀ ਜੀ, ਸਟੇਟ ਗਵਰਨਮੈਂਟ ਦੇ ਅਧਿਕਾਰੀ ਵੀ ਬੈਠੇ ਸੀ। ਉਹਦੇ 'ਚ ਤੈਅ ਹੋ ਚੁੱਕਾ ਆ, ਕਲੀਅਰ ਹੋ ਚੁੱਕਾ ਆ ਕਿ ਵੀ 17, 18, 18, 19, 20 ਦੇ ਪੈਸੇ ਸੈਂਟਰ ਸਰਕਾਰ ਨੇ ਨਹੀਂ ਸੂਬਾ ਸਰਕਾਰ ਨੇ ਦੇਣੇ। ਉੱਥੇ ਬੈਠ ਕੇ ਮੀਟਿੰਗ ਦੇ ਵਿੱਚ ਹੋ ਚੁੱਕੀ ਹੈ। ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ। ਫਗਵਾੜਾ ਦੇ ਵਿੱਚ ਆਸ਼ੂ ਦੀ ਹੱਟੀ ਦਾ ਖੁੱਲਾ ਚੈਲੰਜ, ਜਿੱਥੋਂ ਤੁਹਾਨੂੰ ਮਿਲਣਗੇ ਸ਼ਹਿਰ ਵਿੱਚ ਸਭ ਤੋਂ ਸਸਤੇ ਰੇਟ ਤੇ ਸੂਟ, ਲਹਿੰਗੇ, ਸਾੜੀਆਂ ਤੇ ਪਲਾਜ਼ੋ। ਆਸ਼ੂ ਦੀ ਹੱਟੀ ਦਾ ਇੱਕ ਹੀ ਵਾਅਦਾ, ਤੁਹਾਨੂੰ ਮਿਲਣਗੇ ਵਧੀਆ ਕੁਆਲਿਟੀ ਦੇ ਕੱਪੜੇ, ਪਰ ਰੇਟ ਨਹੀਂ ਹੋਵੇਗਾ ਜ਼ਿਆਦਾ। ਇੱਕ ਵਾਰ ਵਿਜ਼ਿਟ ਜ਼ਰੂਰ ਕਰੋ ਆਸ਼ੂ ਦੀ ਹੱਟੀ, ਆਪੋਜ਼ਿਟ ਬੱਸ ਸਟੈਂਡ, ਫਗਵਾੜਾ।